ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਜਿਹੜੇ ਜਾਣੇ ਜਾਂਦੇ ਦਬੰਗ ਦੇ ਤੌਰ ਤੇ ਉਹ ਵੀ ਤੁਹਾਡੇ ਨਾਲ ਇੱਥੇ ਧਰਨੇ ਦੇ ਵਿੱਚ ਸ਼ਾਮਿਲ ਹੋਏ ਆ। ਤੁਹਾਨੂੰ ਕੋਈ ਹੌਸਲਾ ਮਿਲਿਆ ਉਹਨਾਂ ਦੇ ਨਾਲ? ਉਹਨਾਂ ਨੇ ਕੀ ਤੁਹਾਨੂੰ ਕਿਹਾ? ਹਾਂਜੀ ਸਰ, ਪੂਰੇ ਲੁਧਿਆਣੇ 'ਚ ਗੱਟ ਸੀ ਉਹਨਾਂ 'ਚ ਸੀ। ਇੰਨੇ ਦਿਨਾਂ ਤੋਂ ਮੇਰੇ ਨਾਲ ਇੱਥੇ ਖੜੇ ਨੇ, ਹੁਣ ਲੋਕ ਜੁੜ ਰਹੇ ਨੇ। ਉਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਜਿਨ੍ਹਾਂ ਨੇ ਦੁੱਖ ਮਹਿਸੂਸ ਕੀਤਾ ਆਏ ਨੇ ਇੱਥੇ। ਤੇ ਬਲਵਿੰਦਰ ਸਿੰਘ ਸੇਖੋਂ ਤਾਂ ਹਰ ਟਾਈਮ ਮੇਰੇ ਨਾਲ ਹੀ ਖੜੇ ਨੇ। ਇਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਐਪਲੀਕੇਸ਼ਨ ਪ੍ਰਨੀਤ ਕੌਰ ਨੂੰ ਵੀ ਦਿੱਤੀ ਗਈ ਸੀ, ਜਿਹੜੇ ਮੁੱਖ ਮੰਤਰੀ ਦੇ ਵਾਈਫ ਨੇ, ਪਟਿਆਲਾ ਤੋਂ MP ਨੇ, ਉਹਨਾਂ ਨੂੰ ਵੀ ਦਿੱਤੀ ਗਈ ਸੀ ਇੱਕ ਐਪਲੀਕੇਸ਼ਨ। ਉਹਨਾਂ ਨੇ ਕੋਈ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ? ਉਹਦਾ ਆਪਣਾ ਤਾਂ ਹੱਲ ਹੋਇਆ ਨਹੀਂ। ਉਹ ਬੀਬੀ ਤਾਂ ਹੋਰ ਰੱਖ ਕੇ ਬੈਠਾ ਕੈਪਟਨ ਸਾਹਿਬ, ਤੇ ਉਹ ਕੀ ਹੱਲ ਕਰਾ ਕੇ ਦੇਊਗੀ ਬੀਬੀ ਦਾ? ਠੀਕ ਹੈ, ਉਹਦੀ ਤਾਂ ਆਪਣੀ ਪ੍ਰੋਬਲਮ ਆ ਫੈਮਿਲੀ ਦੀ, ਉਹਦੀ ਤਾਂ ਆਪਣੀ ਸੁਣਵਾਈ ਨਹੀਂ ਕਰਦਾ ਉਹ ਕੈਪਟਨ ਸਾਹਿਬ, ਤੇ ਇਹਦੀ ਸੁਣਵਾਈ ਕੀ ਹੋਣੀ ਹੈ? ਇਸ ਕਰਕੇ ਉਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ? ਇੰਨਾ ਸਮਾਂ ਹੋ ਗਿਆ ਸੀ, ਜੇ ਇਹ ਗਲਤ ਸੀ ਤਾਂ ਹੁਣ ਤੱਕ ਕਾਰਵਾਈ ਕਰ ਲੈਣੀ ਚਾਹੀਦੀ ਸੀ। ਉਧਰ ਦਾ ਸਰਕਾਰ ਹੈ, ਉਧਰ MLA ਹੈ, ਉਧਰ ਮੰਤਰੀ ਹੈ, ਇਹਦੇ ਮਗਰ ਤਾਂ ਕੋਈ ਨਹੀਂ ਹੈਗਾ। ਇਹਦੇ ਮਗਰ ਤਾਂ 4 ਲੋਕ ਪਬਲਿਕ ਦੇ ਖੜੇ ਆ, ਜਾਂ ਮੇਰੇ ਵਰਗਾ ਆਦਮੀ ਖੜਾ ਜਿਹਦੇ ਕੋਲ ਖੁਦ ਸਸਪੈਂਡ ਹੈ। ਸਾਡੇ ਖਿਲਾਫ ਕਾਰਵਾਈ ਕਰ ਦੇਣ, ਇਹਨੂੰ ਫੜ ਕੇ ਅੰਦਰ ਦੇ ਦੇਣ। 188 ਦੀ ਇਹਦੇ ਕਲੰਦਰਾ ਪਾ ਕੇ ਇਹ ਕੰਪਲੇਂਟ ਦਿੱਤੀ ਜਾ ਸਕਦੀ ਹੈ ਵੀ ਇਹਨੇ ਝੂਠੀ ਕੰਪਲੇਂਟ ਕੀਤੀ ਹੈ। ਉਹ ਤਾਂ ਸੌਖਾ ਕਰਨਾ। ਮੇਰੇ ਖਿਲਾਫ ਕੀ ਹੈ? ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਸਕਦੀ, ਸਾਨੂੰ ਅਰੈਸਟ ਕਰਕੇ ਭੇਜ ਦਿਓ ਕਿ ਅਸੀਂ ਗਲਤ ਖੜੇ ਹਾਂ। ਤੇ ਇਸ ਕਰਕੇ ਮਤਲਬ ਹੁਣ ਇਕੱਲੀ ਰਹਿ ਗਈ ਕਰਕੇ ਮਤਲਬ ਅਸੀਂ ਸੋਚਦੇ ਹਾਂ ਕਿ ਮਤਲਬ ਇਹ ਨਾ ਹੋਵੇ ਕਿ ਇਹਨੂੰ ਇਹ ਹੌਸਲਾ ਹੀ ਨਾ ਰਹੇ ਕਿ ਮੇਰੇ ਨਾਲ ਕੋਈ ਖੜਾ ਨਹੀਂ ਹੈ। ਤੇ ਅਸੀਂ ਆਪਣੀ ਸਟਰੈਂਥ ਜਿੰਨੇ ਜੋਗੇ ਮੈਂ ਹੈਗਾ, ਜਾਂ ਜੋ ਕੋਈ ਹੋਰ ਲੋਕ 4 ਭੈਣ ਭਰਾ ਇਹ ਸਾਰੇ ਖੜੇ, ਇਹ ਸਾਰੇ ਸਟਰੈਂਥ ਨੇ। ਸਾਰੇ ਬਲਵਿੰਦਰ ਸੇਖੋਂ ਹੀ ਨੇ ਜਿਹੜੇ ਇੱਥੇ ਖੜੇ। ਪੋਲੀਟੀਕਲ ਪ੍ਰੈਸ਼ਰ ਦੀ ਤੁਸੀਂ ਗੱਲ ਕੀਤੀ ਹੈ, ਨਾ ਤਾਂ ਇਹ ਸਰਕਾਰ ਦਾ ਵਿਧਾਇਕ ਹੈ ਤੇ ਨਾ ਹੀ ਵਿਰੋਧੀ ਧਿਰ ਦਾ। ਫਿਰ ਵੀ ਤੁਹਾਨੂੰ ਕਿਉਂ ਲੱਗਦਾ ਕਿ ਪੋਲੀਟੀਕਲ ਮਦਦ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ, ਖਾਸ ਕਰਕੇ ਭਾਰਤ ਭੂਸ਼ਣ ਆਸ਼ੂ ਦੇ ਵਿੱਚ? ਨੁਕਸਾਨ ਕਰਕੇ ਇੱਥੇ ਪਹੁੰਚੇ ਹੈ, ਤੇ ਹੁਣ ਇਹਨਾਂ ਦੇ ਪਾਪਾਂ ਦਾ ਘੜਾ ਭਰਿਆ ਹੀ ਹੋਇਆ। ਤੇ ਬਾਕੀ ਪਰਮਾਤਮਾ ਦੀ ਕਚਹਿਰੀ ਦੇਖਦੀ ਹੈ, ਜ਼ਰੂਰ ਇਹਨੂੰ ਔਰਤ ਨੂੰ ਇਨਸਾਫ ਮਿਲੂਗਾ। ਇਹ ਲੋਕ ਜਿਹੜੇ ਆ ਬੈਠੇ ਸਾਹਮਣੇ, ਇਹ ਅੱਜ ਇਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਆ ਕਾਨੂੰਨ ਦੇ। ਇਹ ਤੋਂ ਪਰਾਂ ਕੋਰਟਾਂ ਬੈਠੀਆਂ, ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਆ। ਪਰ ਜਦੋਂ ਲੋਕ ਇਕੱਠੇ ਹੋ ਜਾਂਦੇ ਆ, ਤੇ ਇੱਥੇ ਨਰਿੰਦਰ ਮੋਦੀ ਦੀ ਬੱਸ ਹੋਈ ਪਈ ਹੈ। ਕੀ ਚੀਜ਼ ਨੇ? ਇਹਨਾਂ ਨਾਲ ਕੋਈ ਲੜ ਸਕਦੇ ਆ? ਠੀਕ ਹੈ, ਇੰਨੇ ਸਟਰੋਂਗ ਨੇ ਇਹ ਲੋਕ, ਗੁੰਡੇ ਇਹਨਾਂ ਨੇ ਰੱਖੇ ਹੋਏ ਆ। ਲਾਲਚ ਪੈਸਾ ਇਹਨਾਂ ਕੋਲ ਹੈਗਾ। ਇਹਨੂੰ 80 ਲੱਖ ਰੁਪਏ ਦੀ ਤਾਂ ਆਫਰ ਦੇ ਚੁੱਕੇ ਆ, ਉਹ ਮਕਾਨ ਦੀ ਆਫਰ ਦੇ ਚੁੱਕੇ ਆ। ਇਹੀ ਤਕੜੀ ਜਿਹੜੀ ਤੁਰੀ ਆਉਂਦੀ ਹੁਣ ਤੱਕ। ਸਰ ਦੇਖੋ, ਮੈਂ ਤਾਂ ਪਰਸਨਲੀ ਇਹਨਾਂ ਨੂੰ ਜਾਣਦੀ ਵੀ ਨਹੀਂ ਹੈ ਨਾ, ਤੇ ਮੈਂ ਇਹਨਾਂ ਦੀ ਫੇਸ ਵੀ ਨਹੀਂ ਦੇਖਿਆ ਹਜੇ ਤੱਕ। ਮੈਂ ਪਰਸੋਂ ਆਈ ਸੀ ਬਾਈ ਚਾਂਸ, ਇੱਥੇ ਮੈਨੂੰ ਕੋਈ ਕੰਮ ਸੀਗਾ ਤੇ ਮੈਂ ਦੇਖਿਆ ਕਿ ਵੀ ਇਹ ਬੈਠੇ ਆ। ਫਿਰ ਮੈਂ ਇਹਨਾਂ ਨੂੰ ਸਾਰੀ ਸਟੋਰੀ ਪੁੱਛੀ, ਤੇ ਸਟੋਰੀ ਪੁੱਛਣ ਤੋਂ ਬਾਅਦ ਮੈਨੂੰ ਲੱਗਿਆ ਕਿ ਵੀ ਕਿਤੇ ਨਾ ਕਿਤੇ ਲੇਡੀ ਬਹੁਤ ਜੈਨੂਅਨ ਹੈ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ। ਵਿਕਾਊ ਜੁਡੀਸ਼ੀਅਲ ਸਿਸਟਮ ਭ੍ਰਿਸ਼ਟ ਅਤੇ ਵਿਕਾਊ ਪੁਲਿਸ ਮਹਿਕਮਾ ਦੇ ਹੱਥ ਵਿੱਚ ਬੋਰਡ ਲੈ ਕੇ ਬੈਠੀਆਂ ਇਹ ਔਰਤਾਂ ਸਿਮਰਜੀਤ ਸਿੰਘ ਬੈਂਸ ਤੋਂ ਪੀੜਤ ਔਰਤ ਨੂੰ ਇਨਸਾਫ ਦਿਵਾਉਣ ਲਈ ਬੈਠੀਆਂ ਨੇ। ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਇੱਥੇ ਧਰਨਾ ਜਾਰੀ ਹੈ, ਪਰ ਹਾਲੇ ਵੀ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਹੋਈ। ਪਹਿਲਾਂ ਗੱਲਬਾਤ ਕਰਦੇ ਹਾਂ। ਮੈਡਮ, ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਇੱਥੇ ਧਰਨਾ ਲਾ ਕੇ ਬੈਠੇ ਹੋ, ਕੋਈ ਤੁਹਾਨੂੰ ਇਸ ਧਰਨੇ ਦਾ ਫਲ ਮਿਲਿਆ ਕਿ ਨਹੀਂ ਹਾਲੇ ਤੱਕ? ਸਰ, ਜਿਸ ਦਿਨ ਧਰਨਾ ਲਗਾਇਆ ਸੀ ਉਸ ਦਿਨ ਹੀ DCP ਸਰ ਆਏ ਸੀਗੇ, ਕਹਿੰਦੇ ਕਿ ਤੁਹਾਨੂੰ ਮੇਰੇ ਸਾਡੇ ਨਾਲ ਆਫਿਸ ਚੱਲ ਕੇ ਗੱਲ ਕਰੋ। ਤੇ ਮੈਂ ਕਿਹਾ ਨਹੀਂ, ਮੈਂ ਤੁਹਾਡੇ ਨਾਲ ਗੱਲ ਕੀ ਕਰਨੀ ਆ, ਤੁਸੀਂ ਕਰਨਾ ਤਾਂ ਕੁਛ ਹੈ ਨਹੀਂ ਗਾ, ਤੁਸੀਂ ਤਾਂ ਉਹਦੇ ਫੇਵਰ 'ਚ ਜਾਣਾ, ਤੁਹਾਡੇ 'ਤੇ ਪੋਲੀਟੀਕਲ ਪ੍ਰੈਸ਼ਰ ਹੈ, ਤੁਸੀਂ ਕਰਨਾ ਕੁਛ ਵੀ ਨਹੀਂ ਗਾ। ਕਹਿੰਦੇ ਨਹੀਂ, ਤੁਸੀਂ ਆਫਿਸ ਆ ਕੇ ਗੱਲ ਤਾਂ ਕਰੋ। ਫਿਰ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਮੈਨੂੰ ਕਹਿੰਦੇ ਤੁਸੀਂ ਅਸ਼ਵਨੀ ਗੋਤੀਵਾਲ ਦੀ ਕਾਰਵਾਈ ਤੋਂ ਖੁਸ਼ ਹੋ? ਮੈਂ ਕਿਹਾ ਨਹੀਂ ਸਰ, ਮੈਂ ਸੰਤੁਸ਼ਟ ਨਹੀਂ ਹੈਗੀ, ਕਿਉਂਕਿ ਮੈਂ ਉਹਨਾਂ ਨੂੰ ਕੁਛ ਪੁੱਛਦੀ ਹਾਂ, ਉਹ ਕੁਛ ਆਨਸਰ ਦਿੰਦੇ ਨੇ। ਜੇ ਮੈਂ ਉਹਨਾਂ ਨੇ ਮੈਨੂੰ ਕਹਿੰਦੇ ਭਾਬੀ ਤੋਂ ਇਹਦਾ ਬੇਟਾ ਨਹੀਂ ਮੰਨਦੇ, ਤਾਂ ਮੈਂ ਉਹਨੂੰ ਗਰਦਨ ਤੋਂ ਪਕੜ ਕੇ ਥੋੜ੍ਹੀ ਮਨਾ ਸਕਦੀ ਹਾਂ। ਤਾਂ ਸਰ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਗਰਦਨ ਤੋਂ ਪਕੜ ਕੇ ਜੇਲ੍ਹ 'ਚ ਸੁੱਟ ਦਿਓ ਫਿਰ ਤੁਸੀਂ। ਫਿਰ ਕਹਿੰਦੇ ਕਿ ਭਾਬੀ ਦੇ ਘਰ ਤਾਂ ਬੁਲਾਉਂਦਾ ਸੀ ਕਿਉਂਕਿ ਇਹਦੇ ਆਫਿਸ 'ਚ ਰਸ਼ ਹੁੰਦਾ ਸੀ। ਮੈਂ ਕਿਹਾ ਇਹਦੇ ਘਰ ਤੋਂ ਵਧੀਆ, ਇਹਦਾ ਭਾਬੀ ਦਾ ਘਰ ਤਾਂ ਟੁੱਟਿਆ ਫੁੱਟਿਆ, ਅਤੇ ਇਹਦਾ ਘਰ ਤਾਂ 10 ਗੁਣਾ ਵੱਡਾ ਉਹਦੇ ਤੋਂ। ਆਫਿਸ ਦੇ ਬਿਲਕੁਲ ਓਪੋਜ਼ਿਟ ਆ, ਉੱਥੇ ਆਪਣੇ ਘਰੇ ਕਿਉਂ ਨਹੀਂ ਸੀ ਬੁਲਾਉਂਦਾ? ਕਿਉਂਕਿ ਉੱਥੇ ਫੈਮਿਲੀ ਪਰਸਨ ਹੁੰਦੇ ਸੀ। ਭਾਬੀ ਘਰ ਇਹਨੇ ਗਲਤ ਕੰਮ ਕਰਨੇ ਹੁੰਦੇ ਸੀ, ਤਾਂ ਹੀ ਭਾਬੀ ਘਰ ਬੁਲਾਉਂਦਾ ਸੀ। ਅਤੇ ਫਿਰ ਕਹਿੰਦੇ ਕਿ ਠੀਕ ਹੈ, ਜੇ ਤੁਸੀਂ ਨਹੀਂ ਸੈਟਿਸਫਾਈਡ ਤਾਂ ਅਸੀਂ ਸੀਨੀਅਰ ਅਫੀਸਰ ਲਗਾ ਦਿੰਦੇ ਹਾਂ ਨਾਲ। ਤਾਂ ਹੁਣ ਉਹਨਾਂ ਨੇ ਸੀਨੀਅਰ ਆਫਿਸਰਸ ਲਗਾਏ ਨੇ, ਕਾਰਵਾਈ ਕਰ ਰਹੇ ਆ। ਕਹਿੰਦੇ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ, ਪਰ ਹਜੇ ਤੱਕ ਮੈਨੂੰ FIR ਦੀ ਰਿਪੋਰਟ ਚਾਹੀਦੀ ਹੈ ਬਸ। ਤੁਹਾਡੇ ਵਕੀਲ ਨੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਇਸ ਅਜਿਹੇ ਮਾਮਲੇ ਦੇ ਵਿੱਚ ਕੋਈ ਇਨਕੁਆਇਰੀ ਨਹੀਂ ਹੁੰਦੀ, ਸਿੱਧੀ ਗ੍ਰਿਫਤਾਰੀ ਹੈ? ਸਰ ਬਹੁਤ ਵਾਰੀ ਕਰ ਚੁੱਕੇ ਨੇ, ਬਹੁਤ ਵਾਰੀ ਕਰ ਚੁੱਕੇ, ਪਰ ਇਹ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਨੇ, ਕਿਉਂਕਿ ਭਾਰਤ ਭੂਸ਼ਣ ਆਸ਼ੂ ਤੇ ਸਿਮਰਜੀਤ ਸਿੰਘ ਬੈਂਸ ਇੱਕ ਹੈ। ਹੁਣ ਇਹ ਆਪਣੀ ਪਾਰਟੀ ਲੋਕ ਇਨਸਾਫ ਪਾਰਟੀ ਛੱਡ ਕੇ ਕਾਂਗਰਸ 'ਚ ਰਲ ਚੁੱਕੇ, ਇਹਨਾਂ ਦੀ ਪਾਰਟੀ ਖਤਮ ਹੋ ਚੁੱਕੀ ਹੈ। ਕੋਈ ਛਵੀ ਨਹੀਂ ਇਹਨਾਂ ਦੀ ਸਰ, ਇਹਨਾਂ ਦਾ ਕੋਈ ਦੀਨ ਧਰਮ ਨਹੀਂ, ਕਿਸੇ ਪਾਰਟੀ ਕੋਈ ਇੱਕ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ, ਆਪਣੇ ਮਤਲਬ ਲਈ ਕਿਸੇ ਪਾਰਟੀ ਚਲ ਜਾਂਦੇ, ਹੁਣ ਬਚਣ ਲਈ ਕਾਂਗਰਸ 'ਚ ਚਲੇ ਗਏ ਨੇ। ਕਾਂਗਰਸ ਦੇ ਨਾਲ ਹੀ ਅਗਲੀ ਇਲੈਕਸ਼ਨ ਲੜਨਗੇ ਇਹ। ਅੱਛਾ, ਸਿਮਰਜੀਤ ਸਿੰਘ ਬੈਂਸ। ਚਲੋ, ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਧਰਨੇ ਤੇ ਬੈਠੇ ਹੋ? ਸਰ 4 ਦਿਨ ਤੋਂ ਮੈਂ ਧਰਨੇ ਤੇ ਬੈਠੀ ਹਾਂ। ਹਾਲੇ ਤੱਕ ਕੋਈ ਅਫਸਰ ਤੁਹਾਨੂੰ ਅੱਜ ਕੋਈ ਮਿਲਣ ਆਇਆ? ਨਹੀਂ ਸਰ, ਅੱਜ ਕੋਈ ਨਹੀਂ ਆਇਆ।
ਅੱਜ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਜਿਹੜੇ ਜਾਣੇ ਜਾਂਦੇ ਦਬੰਗ ਦੇ ਤੌਰ ਤੇ ਉਹ ਵੀ ਤੁਹਾਡੇ ਨਾਲ ਇੱਥੇ ਧਰਨੇ ਦੇ ਵਿੱਚ ਸ਼ਾਮਿਲ ਹੋਏ ਆ। ਤੁਹਾਨੂੰ ਕੋਈ ਹੌਸਲਾ ਮਿਲਿਆ ਉਹਨਾਂ ਦੇ ਨਾਲ? ਉਹਨਾਂ ਨੇ ਕੀ ਤੁਹਾਨੂੰ ਕਿਹਾ? ਹਾਂਜੀ ਸਰ, ਪੂਰੇ ਲੁਧਿਆਣੇ 'ਚ ਗੱਟ ਸੀ ਉਹਨਾਂ 'ਚ ਸੀ। ਇੰਨੇ ਦਿਨਾਂ ਤੋਂ ਮੇਰੇ ਨਾਲ ਇੱਥੇ ਖੜੇ ਨੇ। ਹੁਣ ਲੋਕ ਜੁੜ ਰਹੇ ਨੇ, ਉਹਨਾਂ ਦੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਜਿਨ੍ਹਾਂ ਨੇ ਦੁੱਖ ਮਹਿਸੂਸ ਕੀਤਾ ਆਏ ਨੇ ਇੱਥੇ। ਤੇ ਬਲਵਿੰਦਰ ਸਿੰਘ ਸੇਖੋਂ ਤਾਂ ਹਰ ਟਾਈਮ ਮੇਰੇ ਨਾਲ ਹੀ ਖੜੇ ਨੇ ਸ਼ੁਰੂ ਤੋਂ ਹੀ। ਵੀ ਗੱਲਬਾਤ ਕਰਦੇ ਹਾਂ। ਮੈਡਮ, ਤੁਸੀਂ ਇਹਨਾਂ ਨਾਲ ਧਰਨੇ ਤੇ ਬੈਠੇ ਹੋ, ਕੀ ਲੱਗਦਾ ਹੈ ਕਿ ਕਿੰਨੇ ਦਿਨ ਹੋਰ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਤੁਹਾਨੂੰ ਧਰਨੇ ਤੇ ਬਹਿਣਾ ਪਊਗਾ? ਸਰ ਦੇਖੋ, ਮੈਂ ਤਾਂ ਪਰਸਨਲੀ ਇਹਨਾਂ ਨੂੰ ਜਾਣਦੀ ਵੀ ਨਹੀਂ ਹੈ ਨਾ, ਤੇ ਮੈਂ ਇਹਨਾਂ ਦੀ ਫੇਸ ਵੀ ਨਹੀਂ ਦੇਖਿਆ ਹਜੇ ਤੱਕ। ਮੈਂ ਪਰਸੋਂ ਆਈ ਸੀ, ਬਾਈ ਚਾਂਸ ਇੱਥੇ ਮੈਨੂੰ ਕੋਈ ਕੰਮ ਸੀਗਾ ਤੇ ਮੈਂ ਦੇਖਿਆ ਕਿ ਵੀ ਇਹ ਬੈਠੇ ਆ। ਫਿਰ ਮੈਂ ਇਹਨਾਂ ਨੂੰ ਸਾਰੀ ਸਟੋਰੀ ਪੁੱਛੀ ਤੇ ਸਟੋਰੀ ਪੁੱਛਣ ਤੋਂ ਬਾਅਦ ਮੈਨੂੰ ਲੱਗਿਆ ਕਿ ਵੀ ਕਿਤੇ ਨਾ ਕਿਤੇ ਇਹ ਲੇਡੀ ਬਹੁਤ ਜੈਨੂਇਨ ਹੈ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ। ਤੇ ਇਹ ਕਿਹੜਾ ਕਹਿ ਰਹੇ ਆ ਕਿ ਵੀ ਉਹਨਾਂ ਨੂੰ ਚੱਕ ਕੇ ਤੁਸੀਂ ਅੰਦਰ ਹੀ ਪਾ ਦਿਓ। ਇੱਕ FIR ਹੀ ਤਾਂ ਪ੍ਰੋਬਲਮ ਹੈ। FIR ਕਰਨੀ ਹੈ, ਉਹਨਾਂ ਕੋਲ ਸਾਰੇ ਪ੍ਰੂਫ ਨੇ। ਜੇ ਪ੍ਰੂਫ ਹੈ ਤਾਂ ਪੁਲਿਸ ਨੂੰ FIR ਕਰਨ 'ਚ ਕੀ ਪ੍ਰੋਬਲਮ ਹੈ? ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ। ਚਾਹੇ ਉਹ MLA ਹੈ ਚਾਹੇ ਕੋਈ ਵੀ, ਅਗਰ ਗਲਤ ਕਰਦਾ ਹੈ ਤਾਂ ਉਹਨੂੰ ਤਾਂ FIR ਉੱਤੇ ਕਰਨੀ ਚਾਹੀਦੀ ਹੈ। ਤੇ FIR ਕਰਨ ਉਹ ਜਿੰਨਾ ਟਾਈਮ ਇੱਥੇ ਬੈਠੇ ਹੈ, ਮੈਨੂੰ ਜਦੋਂ ਤੱਕ ਲੱਗੂਗਾ ਵੀ ਇਹ ਸਹੀ ਨੇ, ਮੈਂ ਇਹਨਾਂ ਦੇ ਨਾਲ ਆ। ਅਗਰ ਇਹ ਸਹੀ ਨਹੀਂ ਹੁੰਦੇ ਤਾਂ ਸ਼ਾਇਦ ਮੈਂ ਵੀ ਆਪਣਾ ਘਰ ਛੱਡ ਕੇ ਇੱਥੇ ਨਹੀਂ ਬੈਠ ਰਹੀ ਹੁੰਦੀ। ਨਾ ਤਾਂ ਮੈਂ ਕੋਈ ਪੋਲੀਟੀਕਲ ਲਾਈਨ ਤੋਂ ਆ, ਮੈਂ ਸਿਰਫ ਇੱਕ ਨਾਰਮਲ ਪਰਸਨ ਆ ਤੇ ਮੈਂ ਆਪਣੇ ਘਰੋਂ ਸਾਰਾ ਕੁਝ ਛੱਡ ਕੇ ਇੱਥੇ ਬੈਠੀ ਹਾਂ ਕਿ ਵੀ ਇੱਕ ਲੇਡੀ ਨੂੰ ਬੀਇੰਗ ਅ ਲੇਡੀ ਇਨਸਾਫ ਮਿਲਣਾ ਚਾਹੀਦਾ। ਅੱਜ ਅਸੀਂ ਨਹੀਂ ਆਵਾਂਗੇ, ਕੱਲ ਸਾਡੇ ਨਾਲ ਕੋਈ ਖੜਾ ਨਹੀਂ ਹੋਊਗਾ। ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆ। ਹੁਣ ਲੱਗਦਾ ਹੈ ਕਿ ਤੁਹਾਨੂੰ ਇਸ ਧਰਨੇ ਦਾ ਤੁਹਾਨੂੰ ਕੋਈ ਫਲ ਮਿਲੂਗਾ? ਇੱਥੇ ਕੋਈ ਇਨਸਾਫ ਇਹਨਾਂ ਨੂੰ ਮਿਲਣ ਦੀ ਉਮੀਦ ਲੱਗ ਰਹੀ ਹੈ ਇੱਥੋਂ ਪੁਲਿਸ ਦੇ ਕੋਲੋਂ ਖਾਸ ਕਰਕੇ? ਸਰ ਮੈਂ ਇਹ ਨਹੀਂ ਕਹਿ ਸਕਦੀ ਕਿ ਇਨਸਾਫ ਮਿਲੂਗਾ ਕਿ ਨਹੀਂ ਮਿਲੂਗਾ, ਪਰ ਸਾਨੂੰ ਇੱਦਾਂ ਲੱਗਦਾ ਇਹ ਲੇਡੀ ਠੀਕ ਹੈ। ਸਾਡੇ ਵੱਲੋਂ ਤਾਂ ਇਨਸਾਫ ਹੈਗਾ ਹੀ ਹੈ ਕਿ ਇਹ ਠੀਕ ਨੇ, ਉਹ ਗਲਤ ਨੇ। ਤੇ ਅੱਜ ਅਸੀਂ ਬੈਠੇ ਹਾਂ, ਸਾਨੂੰ ਦੇਖ ਕੇ ਅਗਰ 10-15 ਲੇਡੀਜ਼ ਹੋਰ ਜੁੜ ਜਾਣਗੀਆਂ, ਹੋਰ ਲੋਕ ਜੁੜ ਜਾਣਗੇ ਤਾਂ ਇਨਸਾਫ ਤਾਂ ਮਿਲਣਾ ਚਾਹੀਦਾ ਹੀ ਹੈ, ਮਿਲੂਗਾ ਵੀ। ਤੇ ਉਹਨਾਂ ਨੂੰ ਵੀ ਥੋੜੀ ਸ਼ਰਮ ਆਊਗੀ ਕਿ ਹੋਰ ਇੱਕ ਦੇ ਨਾਲ ਹੋਰ ਲੇਡੀਜ਼ ਜੁੜੀ ਜਾ ਰਹੀਆਂ ਨੇ। ਤੇ ਜੁੜਾਂਗੇ ਅਸੀਂ ਤਾਂ ਇਨਸਾਫ ਮਿਲਣਾ ਕਿਸੇ ਨੂੰ। ਮੈਂ ਕਹਿੰਦੀ ਹਾਂ ਤੁਸੀਂ ਅਸੀਂ ਜੱਜ ਨਹੀਂ ਕਰ ਰਹੇ ਕਿ ਇਹ ਠੀਕ ਹੈ ਜਾਂ ਉਹ ਠੀਕ ਹੈ। ਜਿਹੜਾ ਵੀ ਸਾਨੂੰ ਸੁਣ ਰਿਹਾ ਹੈ ਉਹ ਆ ਕੇ ਦੇਖੇ ਤਾਂ ਸਹੀ ਕਿ ਲੇਡੀ ਕੋਲ ਕਿੰਨੇ ਪ੍ਰੂਫ ਨੇ। ਉਹ ਪ੍ਰੂਫ ਨੇ ਤਾਂ ਹੀ ਬੈਠੀ ਹੈ, ਵਿਦਆਊਟ ਪ੍ਰੂਫ ਉਹ ਵੀ ਨਹੀਂ ਬੈਠੀ ਇੱਥੇ। ਬਟ ਜੇ ਲੋਕ ਹਜੇ ਵੀ ਨਹੀਂ ਸਮਝਣਗੇ ਫਿਰ ਕਦੇ ਵੀ ਨਹੀਂ ਸਮਝਣਗੇ। ਮੈਡਮ, ਪ੍ਰੂਫ ਇਹਨਾਂ ਕੋਲੇ ਹੈਗੇ ਨੇ ਤਾਂ ਫਿਰ ਵੀ ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਇਨਸਾਫ ਮਿਲ ਪਾ ਰਿਹਾ? ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ? ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਸਰ ਕਿ ਵੀ ਕਿਉਂ ਨਹੀਂ ਇਹਨਾਂ ਨੂੰ ਇਨਸਾਫ ਹਲ ਤੱਕ ਮਿਲ ਪਾ ਰਿਹਾ। ਜਦੋਂ ਅੰਦਰੋਂ ਚੜਾਵਾ ਚੜੂਗਾ ਤੇ ਕਿੱਥੋਂ ਇਨਸਾਫ ਇਹਨਾਂ ਨੂੰ ਮਿਲੂਗਾ? ਉਹ ਤਾਂ ਵੀ ਸਾਡੇ ਵਰਗੇ ਲੋਕ ਜੋ ਨਾਲ ਜੁੜਨਗੇ, ਅਸੀਂ ਇੱਥੇ ਬੈਠਾਂਗੇ, ਰੋਜ਼ ਲੱਗੂਗਾ ਇਹਨਾਂ ਦਾ ਵੀ ਸਟਰੋਂਗ ਹੈ, ਇਹਨਾਂ ਨਾਲ ਵੀ ਕੋਈ ਖੜਾ, ਆਪੇ ਫਿਰ ਕੁਛ ਨਾ ਕੁਛ ਤਾਂ ਕਰਨਗੇ। ਆਪਾਂ ਲੋਕ ਤਾਂ ਹੀ ਤਾਂ ਮਤਲਬ ਕੋਈ ਮਿਲਦਾ ਨਹੀਂ ਸਾਨੂੰ ਇਨਸਾਫ, ਕਿਉਂਕਿ ਲੋਕ ਜੁੜਦੇ ਹੀ ਨਹੀਂ ਆਪਸ ਵਿੱਚ, ਬੋਲ ਕੇ ਚਲ ਜਾਂਦੇ ਕਿ ਹਾਂ ਵੀ ਇਹਨਾਂ ਨੇ ਕਿਹੜਾ ਕੁਛ ਕਰਨਾ। ਹੁਣ ਅਸੀਂ ਇੱਥੇ ਪ੍ਰੋਪਰ ਬੈਠੇ ਹਾਂ, ਅਸੀਂ ਆਵਾਂਗੇ, ਹੋਰ ਲੇਡੀਜ਼ ਵੀ ਆਣਗੀਆਂ। ਮੰਡੇ ਨੂੰ ਮੈਂ ਹੋਰ ਵੀ ਗੱਲ ਕੀਤੀ, ਉਹ ਵੀ ਨਾਲ ਜੁੜਨਗੀਆਂ। ਆਪੇ ਫਿਰ ਕੁਛ ਤਾਂ ਸੋਚਣਗੇ ਹੀ ਨਾ ਕਿ ਬੈਠੀਆਂ ਨਹੀਂ ਉੱਠੀਆਂ ਹੈਗੀਆਂ। ਇਹਦਾ ਮਤਲਬ ਸਾਡੇ ਵਿੱਚ ਵੀ, ਸਾਡੇ ਕੋਲ ਵੀ ਕੋਈ ਪ੍ਰੂਫ ਹੈਗੇ, ਕੋਈ ਗੱਲ ਹੈਗੀ, ਅਸੀਂ ਵੀ ਤਾਂ ਹੀ ਬੈਠੇ, ਅਸੀਂ ਐਵੇਂ ਤਾਂ ਬੈਠੇ ਨਹੀਂ ਹੋਏ। ਤੇ ਇੰਦਾ ਨਹੀਂ ਲੱਗ ਰਿਹਾ ਕਿ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਬਚਾਇਆ ਜਾ ਰਿਹਾ? ਨਹੀਂ, ਸਾਨੂੰ ਇਦਾਂ ਨਹੀਂ ਲੱਗਦਾ ਹੈਗਾ। ਤਾਂ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਸਾਡੇ ਨਾਲ ਨੇ, ਜੋ ਸਿਮਰਜੀਤ ਬੈਂਸ ਦਾ ਛੋਟੀ ਗੱਲ ਹੈ। ਸੋ ਸਰਕਾਰ ਦੇ ਨਾਲ ਵੀ ਮੱਥਾ ਲਾਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਲੱਗਦਾ ਹੈ ਕਿ ਲੰਬੇ ਸਮੇਂ ਤੋਂ ਇੱਕ ਔਰਤ ਇੰਨੇ ਗੰਭੀਰ ਮਸਲੇ ਨੂੰ ਲੈ ਕੇ ਧਰਨੇ ਤੇ ਬੈਠੀ ਹੈ? ਤੁਸੀਂ ਪੁਲਿਸ ਅਫਸਰ ਰਹੇ ਹੋ, ਤੁਹਾਨੂੰ ਸਾਰੇ ਕਾਨੂੰਨਾਂ ਦੇ ਬਾਰੇ ਵੀ ਪਤਾ ਹੈ, ਫਿਰ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ? ਪੁਲਿਸ ਕਾਰਵਾਈ ਜਿਹੜੀ ਨਹੀਂ ਕਰ ਰਹੀ ਉਹ ਤਾਂ ਕਲੀਅਰ ਕੱਟ ਹੈ ਕਿ ਪੋਲੀਟੀਕਲ ਪ੍ਰੈਸ਼ਰ ਹੈਗਾ। ਤੇ ਜਿੱਥੋਂ ਤੱਕ ਤੁਸੀਂ ਪੁੱਛਿਆ ਵੀ ਪੁਲਿਸ ਅਫਸਰ ਹੈ, ਪੁਲਿਸ ਅਫਸਰ ਤਾਂ ਮੈਂ ਹੁਣ ਵੀ ਹੈਗਾ। ਅਸੀਂ ਵੀ ਇਹੀ ਲੜਾਈ ਲੜ ਰਹੇ ਹਾਂ ਕਿ ਇਨਸਾਫ ਤਾਂ ਇੱਥੇ ਬਹੁਤ ਵੱਡੇ ਜਿਹੜੇ ਕੋਈ ਸਟਰੋਂਗ ਲੋਕ ਆ ਉਹਨਾਂ ਨੂੰ ਵੀ ਉਮੀਦ ਨਹੀਂ ਹੈਗੀ। ਇਹ ਵਿਚਾਰੀ ਤਾਂ ਅਬਲਾ ਔਰਤ ਹੈਗੀ ਹੈ, ਪਰ ਫਿਰ ਵੀ ਮਤਲਬ ਮੈਂ ਸੋਚਦਾ ਕਿ ਜਿਹੜੇ 2.5 ਮਹੀਨੇ ਤੋਂ ਜਾਂ 3 ਮਹੀਨੇ ਹੋਣ ਵਾਲੇ ਹੈ ਇਹਨੂੰ ਆਪਣੀ ਮਤਲਬ ਲੜਾਈ ਲੈ ਕੇ ਬੈਠੀ ਨੂੰ। ਤੇ ਇਹ ਸੱਚੀ ਹੈ ਤਾਂ ਹੀ ਮਤਲਬ ਇੰਨਾ ਚਿਰ ਤਾਂ ਬੈਠ ਨਹੀਂ ਸਕਦਾ। ਬੱਚੇ ਉਹਦੇ ਨਾਲ ਹੈ, ਫੈਮਿਲੀ ਉਹਦੇ ਨਾਲ ਹੈ, ਤੇ ਨਾਲੇ ਇੰਨਾ ਸਮਾਂ ਹੋ ਗਿਆ ਸੀ। ਜੇ ਇਹ ਗਲਤ ਸੀ ਤਾਂ ਹੁਣ ਤੱਕ ਕਾਰਵਾਈ ਕਰ ਲੈਣੀ ਚਾਹੀਦੀ ਸੀ। ਉਧਰ ਦਾ ਸਰਕਾਰ ਹੈ, ਉਧਰ MLA ਹੈ, ਉਧਰ ਮੰਤਰੀ ਹੈ, ਇਹਦੇ ਮਗਰ ਤਾਂ ਕੋਈ ਨਹੀਂ ਹੈਗਾ। ਇਹਦੇ ਮਗਰ ਤਾਂ 4 ਲੋਕ ਪਬਲਿਕ ਦੇ ਖੜੇ ਆ, ਜਾਂ ਮੇਰੇ ਵਰਗਾ ਆਦਮੀ ਖੜਾ ਜਿਹਦੇ ਕੋਲ ਖੁਦ ਸਸਪੈਂਡ ਹੈ। ਸਾਡੇ ਖਿਲਾਫ ਕਾਰਵਾਈ ਕਰ ਦੇਣ, ਇਹਨੂੰ ਫੜ ਕੇ ਅੰਦਰ ਦੇ ਦੇਣ। 188 ਦੀ ਇਹਦੇ ਕਲੰਦਰਾ ਪਾ ਕੇ ਇਹ ਕੰਪਲੇਂਟ ਦਿੱਤੀ ਜਾ ਸਕਦੀ ਹੈ ਵੀ ਇਹਨੇ ਝੂਠੀ ਕੰਪਲੇਂਟ ਕੀਤੀ ਹੈ। ਉਹ ਤਾਂ ਸੌਖਾ ਕਰਨਾ। ਮੇਰੇ ਖਿਲਾਫ ਕੀ ਹੈ ਕਿ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਸਕਦੀ, ਸਾਨੂੰ ਅਰੈਸਟ ਕਰਕੇ ਭੇਜ ਦਿਓ ਕਿ ਅਸੀਂ ਗਲਤ ਖੜੇ ਹਾਂ। ਇਸ ਕਰਕੇ ਇਹ ਚੀਜ਼ਾਂ ਦੱਸਦੀਆਂ ਕਿ ਸੱਚ ਹੈ। ਸੱਚ ਕਿੰਨਾ ਚਿਰ ਦੱਬਿਆ ਜਾ ਸਕਦਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ। ਇਹ ਆਵਾਜ਼ ਜਿਹੜੀ ਹੈਗੀ ਇਹਨੇ ਵੱਡੀ ਹੁੰਦੀ ਜਾਣਾ। ਇਹ ਔਰਤ ਜਿਹੜੀ ਹੈਗੀ ਆ, ਇਹਨਾਂ ਨੂੰ ਜਦੋਂ ਦਾ ਇਹ ਇਨਸੀਡੈਂਟ ਹੋਇਆ ਹੋਇਆ ਸੀ ਉਦੋਂ ਤੋਂ ਹੀ ਵੇਖ ਰਹੇ ਇਹਨਾਂ ਨੂੰ। ਹੁਣ ਹਾਲਾਤ ਇਹ ਹੋ ਗਏ ਸੀ ਕਿ ਜਿਹੜੇ ਪੋਲੀਟੀਕਲ ਲੋਕ ਇਹਨਾਂ ਨਾਲ ਤੁਰੇ ਸੀ ਪਹਿਲਾਂ, ਉਹ ਹਟ ਗਏ ਪਿੱਛੇ ਆਪਣੇ ਸਿਸਟਮ ਨਾਲ। ਆਪਣਾ ਕੋਈ ਆਪਣੇ ਇੰਟਰਸਟ ਵੇਖ ਕੇ ਕਿਸੇ ਨੂੰ ਦਬਾ ਲਿਆ, ਕਿਸੇ ਨੂੰ ਮਨਾ ਲਿਆ। ਕੋਈ ਇੱਕ ਟਰਾਂਸਪੋਰਟ ਬਹੁਤ ਵੱਡਾ ਟਰਾਂਸਪੋਰਟਰ ਹੈ ਸਾਡੇ ਇੱਥੋਂ ਲੁਧਿਆਣੇ ਦਾ, ਉਹ ਇਹਦੀ ਮਦਦ ਕਰਦਾ ਸੀ, ਉਹਦੇ ਨਾਲ ਵੀ ਸਕੋਰ ਸੈਟਲ ਕਰ ਲਏ ਬੈਠ ਕੇ ਆਪਣੇ।
ਤੇ ਇਸ ਕਰਕੇ ਮਤਲਬ ਹੁਣ ਇਕੱਲੀ ਰਹਿ ਗਈ ਕਰਕੇ ਮਤਲਬ ਅਸੀਂ ਸੋਚਦੇ ਹਾਂ ਕਿ ਮਤਲਬ ਇਹ ਨਾ ਹੋਵੇ ਕਿ ਇਹਨੂੰ ਇਹ ਹੌਸਲਾ ਹੀ ਨਾ ਰਵੇ ਕਿ ਮੇਰੇ ਨਾਲ ਕੋਈ ਖੜਾ ਨਹੀਂ ਹੈ। ਤੇ ਅਸੀਂ ਆਪਣੀ ਸਟਰੈਂਥ ਜਿੰਨੇ ਜੋਗੇ ਮੈਂ ਹੈਗਾ ਜਾਂ ਜੋ ਕੋਈ ਹੋਰ ਲੋਕ 4 ਭੈਣ ਭਰਾ ਇਹ ਸਾਰੇ ਖੜੇ ਸਾਰੇ ਇਹ ਸਾਰੇ ਸਟਰੈਂਥ ਨੇ, ਮੈਂ ਸਾਰੇ ਬਲਵਿੰਦਰ ਸਿੱਖੋ ਹੀ ਨੇ ਜਿਹੜੇ ਇੱਥੇ ਖੜੇ। ਜਿਹੜਾ ਕੋਈ ਇੱਥੇ ਆ ਕੇ ਖੜ ਕੇ ਹਿੰਮਤ ਕਰ ਰਿਹਾ ਉਹ ਮਤਲਬ ਉਹ ਮੇਰਾ ਹੀ ਰੂਪ ਹੈ। ਮੈਂ ਹੀ ਸਮਝਦਾ ਕਿ ਮਤਲਬ ਸਾਰੇ ਅਸੀਂ ਇੱਕੋ ਜਿੰਨੀ ਮਤਲਬ ਇਹਦੀ ਮਦਦ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰ ਰਹੇ ਹਾਂ। ਪੋਲੀਟੀਕਲ ਪ੍ਰੈਸ਼ਰ ਦੀ ਤੁਸੀਂ ਗੱਲ ਕੀਤੀ ਹੈ, ਨਾ ਤਾਂ ਇਹ ਸਰਕਾਰ ਦਾ ਵਿਧਾਇਕ ਹੈ ਤੇ ਨਾ ਹੀ ਵਿਰੋਧੀ ਧਿਰ ਦਾ। ਫਿਰ ਵੀ ਤੁਹਾਨੂੰ ਕਿਉਂ ਲੱਗਦਾ ਕਿ ਪੋਲੀਟੀਕਲ ਮਦਦ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ, ਖਾਸ ਕਰਕੇ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ? ਇਹ ਇੰਨੇ ਚਾਲਬਾਜ਼ ਬੰਦੇ ਆ ਜੀ। ਇਹ ਹਮੇਸ਼ਾ ਹੀ ਸਾਰੀਆਂ ਸਰਕਾਰਾਂ ਵਿੱਚ ਜਦੋਂ ਕੌਂਸਲਰ ਹੁੰਦੇ ਸੀ ਉਦੋਂ ਵੀ ਇਹਨਾਂ ਨੇ ਯੂਜ਼ ਕੀਤਾ ਸਾਰਾ ਆਪਣਾ ਸਿਸਟਮ ਦੂਜੇ ਪਾਸੇ ਖੜੇ ਹੋ ਕੇ। ਇਹਨਾਂ ਨੂੰ ਮਤਲਬ ਇੱਕ ਪੋਲੀਟੀਕਲ ਸਿਸਟਮ ਨੂੰ ਇੱਕ ਭੁਲੇਖਾ ਹੈ ਕਿ ਇਹ ਬਹੁਤ ਸਟਰੋਂਗ ਨੇ ਤੇ ਹਰ ਵਾਰ 2 ਸੀਟਾਂ ਇਹਨਾਂ ਦੀਆਂ ਪੱਕੀਆਂ, ਜਿਵੇਂ ਕਿ 2 ਵਾਰ ਪਿੱਛੇ ਜਿੱਤ ਚੁੱਕੇ ਆ। ਇਸ ਵਾਰ ਉਹ ਚੀਜ਼ਾਂ ਨਹੀਂ ਹੈਗੀਆਂ, ਲੋਕਾਂ ਨੂੰ ਬਹੁਤ ਚਾਨਣਾ ਆ ਚੁੱਕਿਆ। ਤਾਂ ਇਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਇਸ ਭੁਲੇਖੇ ਦੇ ਵਿੱਚ ਮਤਲਬ ਇਹਨਾਂ ਦੀ ਮਦਦ ਕਰਦੀਆਂ ਕਿ ਇਹ 2 ਸੀਟਾਂ ਜਿਹੜੀਆਂ ਹੈਗੀਆਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਪੰਜਾਬ ਦੇ ਹਾਲਾਤ ਹੁਣ ਵੇਖ ਹੀ ਰਹੇ ਹੋ। ਕਿਸਾਨ ਅੰਦੋਲਨ ਕਰਕੇ ਮਤਲਬ ਨਾ ਤਾਂ ਕਾਂਗਰਸ ਦੇ ਪੱਲੇ ਕੁਛ ਹੈ ਨਾ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਪੱਲੇ ਕੁਛ ਹੈ। ਤਾਂ 2 ਜਿਹੜੇ ਐਮਐਲਏ ਹੈ ਉਹ ਬੜੀ ਵੱਡੀ ਗੱਲ ਹੁੰਦੀ ਕਿਸੇ ਵਾਸਤੇ ਵੀ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ 2 ਐਮਐਲਏ ਦਿਖਦੇ ਆ, ਉਹਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ। ਇਹ ਇਕੱਲੀ ਔਰਤ ਥੋੜਾ ਇਹਦੇ ਨਾਲ ਦੀਆਂ ਤਾਂ 500 ਔਰਤਾਂ ਖੜੀਆਂ ਹੋ ਜਾਣਗੀਆਂ ਜਦੋਂ FIR 1 ਦਰਜ ਹੋ ਜਾਊਗੀ। ਤੇ ਇਹਨਾਂ ਦਾ ਤਾਂ ਕਰੈਕਟਰ ਪਰਿਵਾਰ ਦਾ ਇਹ ਸਾਰੇ ਭਰਾ ਹੀ ਮਤਲਬ ਗੰਦੇ ਔਰ ਮਤਲਬ ਗਿਰੇ ਹੋਏ ਕਿਰਦਾਰ ਦੇ ਲੋਕ ਨੇ। ਤੇ ਕਿਵੇਂ ਇਹਨਾਂ ਨੇ ਤਰੱਕੀ ਕੀਤੀ ਹੈ, ਕਿਵੇਂ ਲੋਕਾਂ ਦੇ ਮੋਢਿਆਂ ਤੇ ਮਤਲਬ ਇਹਨਾਂ ਨੇ ਪੈਰ ਰੱਖ ਕੇ ਲੋਕਾਂ ਨੂੰ ਨਾਲ ਦੇ ਨੁਕਸਾਨ ਕਰਕੇ ਇੱਥੇ ਪਹੁੰਚੇ ਆ। ਤੇ ਹੁਣ ਇਹਨਾਂ ਦੇ ਪਾਪਾਂ ਦਾ ਘੜਾ ਭਰਿਆ ਹੀ ਹੋਇਆ। ਤੇ ਬਾਕੀ ਪਰਮਾਤਮਾ ਦੀ ਕਚਹਿਰੀ ਦੇਖਦੀ ਹੈ, ਜ਼ਰੂਰ ਇਹਨੂੰ ਔਰਤ ਨੂੰ ਇਨਸਾਫ ਮਿਲੂਗਾ। ਇਹ ਲੋਕ ਜਿਹੜੇ ਆ ਬੈਠੇ ਸਾਹਮਣੇ ਇਹ ਅੱਜ ਇਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਆ ਕਾਨੂੰਨ ਦੇ, ਇਹ ਤੋਂ ਪਰਾਂ ਕੋਰਟਾਂ ਬੈਠੀਆਂ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਆ। ਪਰ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤੇ ਇੱਥੇ ਨਰਿੰਦਰ ਮੋਦੀ ਦੀ ਬਸ ਹੋਈ ਪਈ ਹੈ, ਕੀ ਚੀਜ਼ ਨੇ। ਪਰਮਾਤਮਾ ਠੀਕ ਕਰੂਗਾ ਸਭ ਕੁਝ। ਤੁਸੀਂ ਪੁਲਿਸ ਅਫਸਰ ਰਹੇ ਹੋ, ਕਾਨੂੰਨੀ ਹੈ ਵੀ ਹੋ ਮੌਜੂਦਾ, ਕਾਨੂੰਨੀ ਪੱਖ ਕੀ ਤੁਸੀਂ ਜ਼ਿਆਦਾ ਜਾਣਦੇ ਹੋ? ਕੀ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ? FIR ਦਰਜ ਇਹਦੇ ਵਿੱਚ ਕੋਈ ਕਾਨੂੰਨ ਜਿਹੜਾ ਹੈਗਾ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਜਿਹੜਾ ਇਹੋ ਜਿਹੇ ਇਲਜ਼ਾਮ ਦੇ ਵਿੱਚ ਇਨਵੈਸਟੀਗੇਸ਼ਨ ਦੀ ਇਜਾਜ਼ਤ ਦਿੰਦਾ ਹੋਵੇ। ਸਿੱਧੀ ਕੰਪਲੇਂਟ ਦੇ ਨਾਲ ਦੀ ਨਾਲ ਹੀ FIR ਦਰਜ ਹੁੰਦੀ ਹੈ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਅਗਲਾ ਪਾਰਟ ਹੈ। ਅਸੀਂ ਤਾਂ ਇਹ ਚੀਜ਼ ਮੰਗਦੀ ਨਹੀਂ ਹੈਗੀ ਕਿ ਉਹਨੂੰ ਅਰੈਸਟ ਕੀਤਾ ਜਾਵੇ। ਇਹ ਤਾਂ FIR ਮੁੱਢਲੀ ਚੀਜ਼ ਨਹੀਂ ਦੇ ਰਹੇ ਤੁਸੀਂ FIR ਦਰਜ ਕਰ ਦਿਓ, ਉਸ ਤੋਂ ਬਾਅਦ ਕਰ ਦਿਓ ਉਹਨਾਂ ਨੂੰ ਸਾਫ ਨਹੀਂ ਹੋ ਗਏ ਦੇ ਦਿਓ ਕਲੀਨ ਚਿੱਟ। ਮੇਰੇ ਮਾਮਲੇ 'ਚ ਦਿੱਤੀ ਹੋਈ ਹੈ, ਆਸ਼ੂ ਨੂੰ ਕਲੀਨ ਚਿੱਟ ਦਿੱਤੀ ਹੋਈ ਹੈ। ਉਹ ਵੀ ਤਾਂ ਕਾਤਲ ਹੈ, 4 ਮੁਕੱਦਮੇ ਉਹਦੇ ਤੇ ਮਰਡਰ ਦੇ ਜਿਹੜੇ ਟ੍ਰਾਇਲ ਹੋਣਾ, ਬੰਬ ਧਮਾਕੇ ਉਹਨੇ ਕਰਾਏ ਹੋਏ ਤੇ ਕਲੀਨ ਚਿੱਟਾਂ ਦੇਤੀਆਂ ਕੈਪਟਨ ਸਾਹਿਬ ਨੇ। ਦੇ ਦਿਓ ਇਹਨਾਂ ਨੂੰ ਵੀ ਕੀ ਦਿੱਕਤ ਹੈ, ਪਰ FIR ਤਾਂ ਦਰਜ ਕਰ ਲੈਣ। तो इस करके मैं तो यही अपील करदा इन्हों ये शर्म करन सारा सिस्टम प्रशासन या पोलीटिकल सिस्टम भी ये औरत जी हैगी है ये तुहाडी धी भैन भी हो सकती तुहाडे घर भी पैदा हुई हो सकती सी इनू ये दुख नूं अपना दुख समझ के तो ये मदद करनी चाहिए जे गलत है तो मतलब कर लैण इन्वेस्टिगेशन पुलिस काहदे वास्ते हुंदी की लगता है कि पुलिस जेकर नहीं कोई मामला दर्ज कर रही तो अगला कदम होना की चाहिए जेकर कार्रवाई आपां करवाउणी हैगी है तो फिर करना की चाहिए अगे करना तो आह कुछ ही है जी होर पब्लिक दे कोल होर की हैगा इन्हां नाल कोई लड़ सकते हैं ठीक है इन्ने स्ट्रोंग ने ये लोग गुंडे इन्होंने रखे हुए है लालच पैसा इन्हों को है इनू 80 लाख रुपए की ऑफर दे चुके हैं मकान की ऑफर दे चुके हैं यही तकड़ी जी तुरी आउंदी हुण तक तो इस करके ये नहीं कोई सिस्टम है कि आप ये कहिए कि मतलब इन्हों का कोई प्रोसीजर है प्रोसीजर तो कोई भी नहीं है इन्होंने गुंडागर्दी इन्हों को हैगी पैसा इन्हों को है हर तरीके इन्होंने हर सिस्टम में अपने काबू किया होया पर हर चीज़ का अंत होंदा तुसीं देख ही रहे हो जो पंजाब दे विच इस टाइम हालात चल रहे हैं जो मुल्क के जो हालात ने तो इस तरह ही वो गल्लां उठियां जिवें अज अंदोलन कित्थे पहुंचा होया ये भी कली नहीं रहूगी तो आने वाले समय आने वाले दिनों के कितना चिर ना करनगे 10 दिन 20 दिन महीना 2 महीने 3 महीने कितना ना करनगे इन्होंने पोलीटिकल बंदे ने भी वोटां लैणियां देखते हैं की बनता ਸਾਡੇ ਪੱਤਰਕਾਰ ਦੇ ਵੱਲੋਂ ਵੀ ਅੰਮ੍ਰਿਤਸਰ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਤੋਂ ਪੁੱਛਿਆ ਗਿਆ ਸੀ ਉਹ ਕਹਿੰਦੇ ਕਿ ਮੇਰੇ ਤੇ ਸਾਰੇ ਇਲਜ਼ਾਮ ਲਗਾਏ ਹੋਏ ਝੂਠੇ ਆ ਇਸੇ ਕਰਕੇ ਹੀ ਤਾਂ ਕਾਰਵਾਈ ਨਹੀਂ ਹੋ ਰਹੀ मैं पुछना चाहुंदा भी ये कल्ले ते क्यों ये इल्जाम लगते इतने होर 6 MLA है होर एक्स MLA है एक्स मिनिस्टर है इन्हें ठेका लिया हुआ सारे इल्जाम लवाउण दा ये क्यों लगते हैं या आशू ते क्यों लगते हैं ਕਹਿੰਦੇ ਲਗਵਾਏ ਜਾ ਰਹੇ ਆ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਕਹਿੰਦੇ ਹੌਲੀ ਹੌਲੀ ਉਹ ਵੀ ਚਿਹਰੇ ਨੰਗੇ ਹੋ ਜਾਣਗੇ ਜਿਹੜੇ ਇਸ ਸਭ ਦੇ ਪਿੱਛੇ ਆ 2 ਟਕੇ ਦੇ ਬੰਦੇ ਇਹਨਾਂ ਤੇ ਇਲਜ਼ਾਮ ਲਾਉਣ ਨੂੰ ਕੀ ਹੈਗਾ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾ ਕੇ ਬੇਵਕੂਫ ਬਣਾ ਕੇ ਮੈਂ ਕਹੂੰਗਾ ਮਤਲਬ 2 ਵਾਰ ਇਹ MLA ਬਣ ਗਏ ਹੁਣ ਇਸ ਵਾਰ ਤੀਜੀ ਵਾਰੀ ਵੇਖਾਂਗੇ ਨਾ ਜਦੋਂ MLA ਬਣਨਗੇ ਇਹ ਤਾਂ ਕੁਛ ਨਹੀਂ ਇਹਨਾਂ ਦੇ ਪੱਲੇ ਬਹੁਤ ਨਿਕੰਮੇ ਔਰ ਗੰਦੇ ਆਦਮੀ ਨੇ ਤੇ ਪ੍ਰਮਾਤਮਾ ਆਉਣ ਵਾਲਾ ਸਮਾਂ ਚੰਗਾ ਰਹੂਗਾ ਲੋਕਾਂ ਨੂੰ ਛੁਟਕਾਰਾ ਮਿਲੂਗਾ ਇਹੋ ਜਿਹੇ ਲੋਕਾਂ ਤੋਂ ਇਹੋ ਜਿਹੇ ਭ੍ਰਿਸ਼ਟ ਲੀਡਰਾਂ ਤੋਂ ਖਾਸ ਤੌਰ ਤੇ ਇਹ ਜਿਹੜਾ ਮੰਤਰੀ ਆਸ਼ੂ ਹੈ ਤੇ ਇਹ ਸਭ ਤੋਂ ਗੰਦੇ ਫੇਸ ਹੈ ਪੋਲੀਟੀਕਲ ਦੇ ਇੱਥੇ ਲੁਧਿਆਣੇ ਸ਼ਹਿਰ ਦੇ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਐਪਲੀਕੇਸ਼ਨ ਪ੍ਰਨੀਤ ਕੌਰ ਨੂੰ ਵੀ ਦਿੱਤੀ ਗਈ ਸੀ ਜਿਹੜੇ ਮੁੱਖ ਮੰਤਰੀ ਦੇ ਵਾਈਫ ਨੇ ਪਟਿਆਲਾ ਤੋਂ MP ਨੇ ਉਹਨਾਂ ਨੂੰ ਵੀ ਦਿੱਤੀ ਗਈ ਸੀ ਇੱਕ ਐਪਲੀਕੇਸ਼ਨ ਉਹਨਾਂ ਨੇ ਕੋਈ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਉਹਦਾ ਆਪਣਾ ਤਾਂ ਹੱਲ ਹੋਇਆ ਨਹੀਂ ਉਹ ਬੀਬੀ ਤਾਂ ਹੋਰ ਰੱਖ ਕੇ ਬੈਠਾ ਕੈਪਟਨ ਸਾਹਿਬ ਤੇ ਉਹ ਕੀ ਹੱਲ ਕਰਾ ਕੇ ਦੇਊਗੀ ਬੀਬੀ ਦਾ ਠੀਕ ਹੈ ਉਹਦੀ ਤਾਂ ਆਪਣੀ ਪ੍ਰੋਬਲਮ ਹੈ ਫੈਮਿਲੀ ਦੀ ਉਹਦੀ ਤਾਂ ਆਪਣੀ ਸੁਣਵਾਈ ਨਹੀਂ ਕਰਦਾ ਉਹ ਕੈਪਟਨ ਸਾਹਿਬ ਤੇ ਇਹਦੀ ਸੁਣਵਾਈ ਕੀ ਹੋਣੀ ਹੈ ਇਸ ਕਰਕੇ ਉਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਾਂ ਤਾਂ ਇਹ ਸਨ DSP ਬਲਵਿੰਦਰ ਸਿੰਘ ਸੇਖੋਂ ਜੋ ਇਸ ਔਰਤ ਨੂੰ ਇਨਸਾਫ ਦਿਵਾਉਣ ਦੇ ਲਈ ਮੈਦਾਨ ਦੇ ਵਿੱਚ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ
ਕਿਉਂਕਿ ਇਹ ਔਰਤ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇੱਥੇ ਧਰਨਾ ਲਗਾ ਕੇ ਬੈਠੀ ਹੋਈ ਹੈ। ਇਹ ਸਥਾਨ ਜਿਹੜਾ ਹੈ ਪੁਲਿਸ ਕਮਿਸ਼ਨਰ ਆਫ ਲੁਧਿਆਣਾ ਦਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਧਰ ਕਿ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਇਹ ਔਰਤ ਦੇ ਵੱਲੋਂ ਧਰਨਾ ਲਗਾਇਆ ਗਿਆ। ਲਗਾਤਾਰ ਤਾਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਔਰਤ ਦਾ ਕਹਿਣਾ ਹੈ ਕਿ ਮੈਨੂੰ ਇਨਸਾਫ ਨਹੀਂ ਮਿਲਿਆ। ਤਾਂ ਦੂਜੇ ਪਾਸੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਇਸ ਔਰਤ ਦੀ ਮਦਦ ਦੇ ਲਈ ਮੈਦਾਨ ਦੇ ਵਿੱਚ ਆਏ ਨੇ। ਉਹਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਟਾਈਮ ਅਸੀਂ ਇਸ ਔਰਤ ਨੂੰ ਇਨਸਾਫ ਨਹੀਂ ਦਿਵਾ ਦਿੰਦੇ ਉਹਨਾਂ ਟਾਈਮ ਅਸੀਂ ਇਸ ਔਰਤ ਦੀ ਮਦਦ ਲਈ ਆਉਂਦੇ ਰਹਾਂਗੇ ਤੇ ਇਨਸਾਫ ਇਹਨਾਂ ਨੂੰ ਦਿਵਾ ਕੇ ਹਟਾਂਗੇ। ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਟ ਟੀਵੀ, ਲੁਧਿਆਣਾ।